ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਜ਼ਨ 1469 ਵਿੱਚ ਤੁਹਾਡਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਹਮ ਹਿੰਦੂ ਨਹੀਂ। ਇਸ ਪ੍ਰੋਗਰਾਮ ਦੇ ਪਿਛਲੇ ਐਪੀਸੋਡ ਦੇ ਵਿੱਚ ਅਸੀਂ ਅਵਤਾਰਵਾਦ ਦੀ ਗੱਲ ਕੀਤੀ ਸੀ ਕਿ ਅਵਤਾਰਵਾਦ ਹਿੰਦੂਇਜ਼ਮ ਦੇ ਵਿੱਚ ਕੀ ਹੈ ਤੇ ਸਿੱਖਇਜ਼ਮ ਦੇ ਵਿੱਚ ਕੀ ਹੈ, ਤੇ ਸਿੱਖ ਜਿਹੜਾ ਕਿ ਅਵਤਾਰਵਾਦ ਨੂੰ ਮੰਨਦਾ ਜਾਂ ਨਹੀਂ ਮੰਨਦਾ, ਉਹ ਪਿਛਲੇ ਐਪੀਸੋਡ ਦੇ ਵਿੱਚ ਆਪਾਂ ਗੱਲ ਕੀਤੀ ਸੀ ਕਿ ਸਿੱਖਇਜ਼ਮ ਦੇ ਵਿੱਚ ਅਵਤਾਰਵਾਦ ਨੂੰ ਲੈ ਕੇ ਕੋਈ ਵੀ ਜਿਹੜੇ ਹੈਗੀ ਹੈ ਕਿਸ ਤਰ੍ਹਾਂ ਦੀ ਮਾਨਤਾ ਨਹੀਂ ਹੈ। ਸਿੱਖ ਕੇਵਲ ਤੇ ਕੇਵਲ ਅਕਾਲ ਪੁਰਖ ਵਾਹਿਗੁਰੂ ਨੂੰ ਮੰਨਦਾ ਹੈ। ਅੱਜ ਅਸੀਂ ਗੱਲ ਕਰਾਂਗੇ ਦੇਵੀ ਦੇਵਤਾ। ਦੇਵੀ ਦੇਵਤੇ ਹਿੰਦੂਇਜ਼ਮ ਦੇ ਵਿੱਚ ਕੀ, ਦੇਵੀ ਦੇਵਤਿਆਂ ਨੂੰ ਲੈ ਕੇ ਕੀ ਸੰਕਲਪ ਹੈ, ਕੀ ਹੈ ਧਰਮ ਦੇ ਵਿੱਚ ਦੇਵੀ ਦੇਵਤਿਆਂ ਦੀ ਮਾਨਤਾ, ਤੇ ਸਿੱਖਇਜ਼ਮ ਦੇ ਵਿੱਚ ਕਿਵੇਂ ਹੈ, ਕਿਵੇਂ ਦੇਖਦਾ ਗੁਰਮਤਿ ਕਿਵੇਂ ਦੇਖਦੀ ਹੈ ਦੇਵੀ ਦੇਵਤੇ ਦੇ ਅਵਤਾਰਵਾਦ ਨੂੰ, ਤੇ ਉਹਦੇ ਬਾਰੇ ਗੱਲ ਕਰਾਂਗੇ। ਇਹ ਉਸੇ ਅਵਤਾਰਵਾਦ ਦੇ ਜਿਹੜੀ ਲੜੀ ਹੈ ਉਹਦੇ ਅੱਗੇ ਭਾਈ ਕਾਨ੍ਹ ਸਿੰਘ ਨਾਭਾ ਜਿਹੜੇ ਜਵਾਬ ਦੇ ਰਹੇ ਸੀ, ਤਾਂ ਉਹਦੇ ਨਾਲ ਹੀ ਇਹ ਲੜੀ ਜੁੜਦੀ ਹੈ। ਤੇ ਪਰ ਇੱਥੇ ਹੈਡਿੰਗ ਦਿੱਤੀ ਹੈ ਭਾਈ ਕਾਨ੍ਹ ਸਿੰਘ ਨਾਭਾ ਨੇ ਦੇਵੀ ਦੇਵਤਾ ਨੰਬਰ 4 ਪਾ ਕੇ। ਤਾਂ ਹੁਣ ਪੜ੍ਹਦੇ ਹਾਂ ਆਪਾਂ ਅੱਗੇ। ਆਪ ਦੇਵੀ ਔਰ ਦੇਵਤਿਆਂ ਦੀ ਵਰਦਾਇਕ ਮੰਨ ਕੇ ਉਹਨਾਂ ਦੀ ਉਪਾਸਨਾ ਕਰਦੇ ਹੋ। ਹਿੰਦੂ ਵੀਰ ਨੂੰ ਭਾਈ ਕਾਨ੍ਹ ਸਿੰਘ ਨਾਭਾ ਕਹਿ ਰਹੇ ਆ ਵੀ ਤੁਸੀਂ ਦੇਵੀ ਦੇਵਤਿਆਂ ਨੂੰ ਵਰ ਦੇਣ ਵਾਲੇ ਮੰਨ ਕੇ ਉਹਨਾਂ ਦੀ ਉਪਾਸਨਾ ਕਰਦੇ ਹੋ। ਔਰ ਅੱਗੇ ਉਹ ਲਿਖਦੇ ਨੇ, ਔਰ ਉਹਨਾਂ ਦੇ ਇਤਨੇ ਭੇਦ ਕਲਪੇ ਹੋਏ ਹਨ ਕਿ ਕੋਈ ਵਿਦਵਾਨ ਹਿੰਦੂ ਵੀ ਪੂਰੀ ਗਿਣਤੀ ਕਰਕੇ ਨਹੀਂ ਦੱਸ ਸਕਦਾ ਕਿ ਇਤਨੇ ਦੇਵੀ ਦੇਵਤੇ ਹਨ। ਪਰ ਸਿੱਖ ਧਰਮ ਦੀ ਦੇਵੀ ਦੇਵਤਾ ਆਦਿਕ ਦੇ ਵਿਸ਼ੇ ਵਿੱਚ ਇਹ ਰਾਏ ਹੈ, ਮਾਇਆ ਮੋਹੇ ਦੇਵੀ ਸਭ ਦੇਵਾ, ਭਰਮੇ ਸੁਰ ਨਰ ਦੇਵੀ ਦੇਵਾ, ਬ੍ਰਹਮਾ ਵਿਸ਼ਨ ਮਹਾਦੇਵ ਮੋਹਿਆ, ਗੁਰਮੁਖ ਨਾਮ ਲਗੇ ਸੇ ਸੋਹਿਆ, ਬ੍ਰਹਮੈ ਵੇਦ ਬਾਣੀ ਪਰਗਾਸੀ, ਮਾਇਆ ਮੋਹ ਪਸਾਰਾ, ਮਹਾਦੇਵ ਗਿਆਨੀ ਵਰਤੈ, ਕਰ ਆਪਣੇ ਤਾਮਸ ਬਹੁਤ ਹੰਕਾਰਾ, ਦੇਵੀ ਦੇਵਾ ਪੂਜੀਐ, ਭਾਈ ਕਿਆ ਮੰਗੋ ਕਿਆ ਦੇ। ਇਸ ਤਰ੍ਹਾਂ ਅਨੇਕਾਂ ਹੀ ਫਰਮਾਨ ਦੇ ਕੇ ਭਾਈ ਕਾਨ੍ਹ ਸਿੰਘ ਨਾਭਾ ਨੇ ਇਹ ਜਿਹੜੀ ਦੇਵੀ ਦੇਵਤਿਆਂ ਦੇ ਸੰਬੰਧ ਦੇ ਵਿੱਚ ਗੁਰਮਤਿ ਦਾ ਜੋ ਨਿਰਣਾ ਹੈ ਉਹ ਲਿਖਿਆ ਹੈ। ਕਬੀਰ ਹਰਿ ਕਾ ਸਿਮਰਨ ਛਾੜ ਕੇ ਅਹੋਈ ਰਾਖੈ ਨਾਰ, ਗਦਹੀ ਹੋਇ ਕੈ ਅਵਤਰੈ, ਭਾਰ ਸਹਿ ਮਨ ਚਾਰ। ਅਤੇ ਅਹੋਈ ਦਾ 1 ਨੰਬਰ ਫੁੱਟਨੋਟ ਦਿੱਤਾ ਹੈ। ਅੱਸੂ ਦੇ ਨਰਾਤਿਆਂ ਵਿੱਚ ਦੇਵੀ ਦੀ ਮਿੱਟੀ ਦੀ ਮੂਰਤੀ ਬਣਾ ਕੇ ਇਸਤਰੀਆਂ ਕੰਧਾਂ ਪਰ ਲਾਉਂਦੀਆਂ ਔਰ ਪੂਜਦੀਆਂ ਹਨ, ਜਿਸਦਾ ਪ੍ਰਸਿੱਧ ਨਾਉ ਸਾਂਝੀ ਹੈ। ਫਿਰ ਕੱਤਕ ਵਦੀ 8 ਦਾ ਵਰਤ ਰੱਖ ਕੇ ਪੂਜਨ ਸਮਾਪਤ ਕਰਦੀਆਂ ਹਨ ਔਰ ਕੱਤਕ ਦੀ ਚਾਨਣੀ ਏਕਮ ਨੂੰ ਮੂਰਤੀ ਜਲ ਪ੍ਰਵਾਹ ਕਰ ਦਿੰਦੀਆਂ ਹਨ। ਅਹੋਈ ਦਾ ਮੇਲਾ ਮਥੁਰਾ ਦੇ ਜ਼ਿਲ੍ਹੇ ਵਿੱਚ ਰਾਧਾ ਕੁੰਡ ਪਰ ਕੱਤਕ ਵਦੀ 8 ਨੂੰ ਬੜਾ ਭਾਰੀ ਹੁੰਦਾ ਹੈ। ਸੋ ਭਾਈ ਕਾਨ੍ਹ ਸਿੰਘ ਨਾਭਾ ਨੇ ਬੜੇ ਵਿਸਥਾਰ ਨਾਲ ਗੁਰਬਾਣੀ ਵਿੱਚੋਂ, ਅਕਾਲ ਉਸਤਤ ਵਿੱਚੋਂ, ਇਹ ਜਿਹੜੇ ਵੱਖ-ਵੱਖ ਸਵਈਆਂ ਵਿੱਚੋਂ, ਭਾਈ ਗੁਰਦਾਸ ਦੀਆਂ ਵਾਰਾਂ ਵਿੱਚੋਂ, ਰਹਿਤਨਾਮਿਆਂ ਵਿੱਚੋਂ, ਭਾਈ ਦਇਆ ਸਿੰਘ ਦਾ ਰਹਿਤਨਾਮਾ ਜਿਹਦੇ ਵਿੱਚ ਉਹਨਾਂ ਨੇ ਲਿਖਿਆ ਹੈ, ਗੁਰੂ ਕਾ ਸਿੱਖ ਮਠ ਬੁੱਤ ਤੀਰਥ ਦੇਵੀ ਦੇਵਤਾ ਵਰਤ ਪੂਜਾ ਮੰਤਰ ਜੰਤਰ ਪੀਰ ਬ੍ਰਾਹਮਣ ਤਰਪਣ ਗਾਇਤਰੀ ਕਿਤੇ ਵੱਲ ਚਿਤ ਦੇਵੇ ਨਹੀਂ। ਸਿੱਧਾ ਮਤਲਬ ਸਪਸ਼ਟ ਜਿਹੜੀ ਗੁਰਮਤਿ ਦੇ ਵਿੱਚ ਲਿਖਿਆ ਹੈ ਵੀ ਇੱਦਾਂ ਦਾ ਸਿੱਖ ਨੇ ਕੁਛ ਨਹੀਂ ਕਰਨਾ। ਸਿੱਖ ਨੇ ਸਿਰਫ ਉਪਾਸਨਾ ਤੇ ਕਰਨੀ ਹੈ ਤੇ ਕੇਵਲ ਉਸ ਅਕਾਲ ਪੁਰਖ ਵਾਹਿਗੁਰੂ ਦੀ। ਸੋ ਦੇਵੀ ਦੇਵਤੇ ਦਾ ਜਿਹੜਾ ਸਿੱਖਾਂ ਦੇ ਵਿੱਚ ਜੋ ਰਾਏ ਹੈ ਸਿੱਖ ਧਰਮ ਦੇ ਵਿੱਚ, ਉਹ ਸਪਸ਼ਟ ਹੈਗੀ ਹੈ ਕਿ ਮਾਇਆ ਮੋਹੇ ਦੇਵੀ ਸਭ ਦੇਵਾ, ਸਭ ਦੇਵੀ ਦੇਵਤੇ ਜਿਹੜੇ ਮਾਇਆ ਨੇ ਮੋਹੇ ਹੋਏ ਨੇ, ਤਾਂ ਸਿੱਖਾਂ ਨੇ ਉਹਨਾਂ ਨੂੰ ਮੰਨਣਾ ਜਿਨ੍ਹਾਂ 'ਤੇ ਮਾਇਆ ਦਾ ਕੋਈ ਪ੍ਰਭਾਵ ਨਹੀਂ ਹੈ। ਅੱਗੇ ਭਾਈ ਕਾਨ੍ਹ ਸਿੰਘ ਨਾਭਾ ਨੇ ਲਿਖਿਆ ਵੀ ਹੈ ਵੀ ਸਿੱਖ ਧਰਮ ਵਿੱਚ ਕੇਵਲ ਵਾਹਿਗੁਰੂ ਹੀ ਇਸ਼ਟ ਹੈ ਔਰ ਉਸੇ ਦੀ ਉਪਾਸਨਾ ਦਾ ਉਪਦੇਸ਼ ਹੈ। ਕੀ ਉਪਦੇਸ਼ ਹੈ ਲਿਖਿਆ ਉਹਨਾਂ ਨੇ ਕਈ ਫਰਮਾਨ ਜਿਹੜੇ ਹੈ ਗੁਰਬਾਣੀ ਦੇ ਸਵਈਆਂ ਵਿੱਚੋਂ, ਸ਼ਬਦ ਹਜ਼ਾਰੇ ਵਿੱਚੋਂ, ਭਾਈ ਗੁਰਦਾਸ ਦੀਆਂ ਵਾਰਾਂ ਵਿੱਚੋਂ, ਭਾਈ ਨੰਦ ਲਾਲ ਦੀਆਂ ਰਬਾਈਆਂ ਵਿੱਚੋਂ ਇਹ ਜਿਹੜੇ ਫਰਮਾਨ ਦੇ ਕੇ ਦੱਸਿਆ ਹੈ ਕਿ ਸਿੱਖਾਂ ਨੇ ਉਪਾਸਨਾ ਕਿਹਦੀ ਕਰਨੀ ਹੈ, ਕੀ ਉਪਦੇਸ਼ ਹੈ ਸਿੱਖਾਂ ਨੂੰ। ਉਹ ਹੈ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹਦੀ ਉਪਾਸਨਾ ਕਰਨੀ ਹੈ। ਜਿਹੜਾ ਨਿਰਭਉ ਹੈ, ਨਿਰਵੈਰ ਹੈ, ਜੋ ਆਪਣੇ ਆਪ ਵਿੱਚ ਹੈ,
ਨਾ ਉਹ ਜੰਮਦਾ ਹੋ ਨਾ ਹੀ ਉਹ ਮਰਦਾ, ਉਹ ਜੂਨੀਆਂ 'ਚ ਨਹੀਂ ਪੈਂਦਾ। ਜੋ ਅਕਾਲ ਮੂਰਤ ਉਹਦੀ ਕੋਈ ਮੂਰਤ ਨਹੀਂ ਹੈਗੀ। ਸੋ ਉਹੀ ਇਸ਼ਟ ਹੈ ਸਿੱਖਾਂ ਦਾ। ਅੱਗੇ ਲਿਖਿਆ ਹੈ ਜਾਪ ਸਾਹਿਬ ਦੇ ਵਿੱਚੋਂ, ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿੰਜੇ, ਰੂਪ ਰੰਗ ਅਰ ਰੇਖ ਭੇ ਕੋ ਕਹਿ ਨਾ ਸਕਤ ਕੇ। ਜਿਹਨੂੰ ਜਿਹਦੇ ਰੂਪ ਦੇ ਬਾਰੇ ਕੋਈ ਕਹਿ ਨਹੀਂ ਸਕਦਾ, ਕਿਹਦਾ ਕੋਈ ਚਿੰਨ੍ਹ ਨਹੀਂ ਹੈਗਾ, ਜਿਹਦੀ ਕੋਈ ਜਾਤ ਨਹੀਂ ਹੈਗੀ, ਜਿਹਦੀ ਕੋਈ ਪਾਤ ਨਹੀਂ ਹੈਗੀ, ਉਹ ਜਿਹਦਾ ਕੋਈ ਰੂਪ ਨਹੀਂ ਹੈ, ਕਿਹਦਾ ਰੰਗ ਨਹੀਂ ਹੈ। ਅਚਲ ਮੂਰਤ ਅਨਭੋ ਪ੍ਰਕਾਸ਼ਨ ਤੋਜ ਕੀ ਜੈ, ਕੋਟ ਇੰਦਰਾਨ ਸਾਹੋ ਸ਼ਹਾਨ ਕੇ ਨੀਚੈ, ਤ੍ਰਿਭਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬਣ ਤ੍ਰਿਣ ਕਹਿਤ, ਤਬ ਸਰਬ ਨਾਮ ਕਥੈ ਕਮਨ, ਕਰਮ ਨਾਮ ਵਰਣਤ ਸੁਮਤ। ਸੋ ਐਸਾ ਪ੍ਰਮਾਤਮਾ, ਉਹਦੀ ਉਪਾਸਨਾ ਜਿਹੜੀ ਹੈ, ਉਪਾਸਨਾ ਜਿਹੜੀ ਸਿੱਖ ਨੇ ਕਰਨੀ ਹੈ। ਕਿਹਦੀ ਕਰਨੀ ਹੈ? ਜਿੱਦਾਂ ਵਾਰ ਗੁਜਰੀ ਦੇ ਵਿੱਚ ਲਿਖਿਆ ਹੈ, ਸਾਹਿਬ ਮੇਰਾ ਸਦਾ ਹੈ ਦਿਸੈ ਸ਼ਬਦ ਕਮਾਇਓ। ਸ਼ਬਦ ਕਮਾਉਣ ਨਾਲ ਦਿਸਦਾ ਹੈ। ਉਹ ਹਾਣੀ ਕਦੇ ਨਾਹੇ, ਨਾ ਆਵੇ ਨਾ ਜਾਏ। ਉਹਦਾ ਹਾਣੀ ਕੋਈ ਨਹੀਂ ਹੈਗਾ, ਨਾ ਉਹ ਆਉਂਦਾ ਹੈ ਅਤੇ ਨਾ ਹੀ ਉਹ ਜਾਂਦਾ ਹੈ। ਸਦਾ ਸਦਾ ਸੋ ਸੇਵੀਏ, ਜੋ ਸਭ ਮੈਂ ਰਹਿ ਸਮਾਏ। ਜੋ ਸਾਰਿਆਂ ਦੇ ਵਿੱਚ ਰਮਿਆ ਹੋਇਆ, ਸਮਾਇਆ ਹੋਇਆ, ਕਣ ਕਣ ਵਿੱਚ ਵਸਿਆ ਹੋਇਆ, ਉਹਨੂੰ ਹੀ ਸੇਵਣ ਦਾ ਜਿਹੜਾ ਹੈ ਗੁਰਬਾਣੀ ਜਾਂ ਗੁਰਮਤਿ ਦੇ ਵਿੱਚ ਸਿੱਖਾਂ ਨੂੰ, ਸਿੱਖੀ ਨੂੰ ਮੰਨਣ ਵਾਲੇ, ਗੁਰਮਤਿ ਨੂੰ ਮੰਨਣ ਵਾਲੇ, ਗੁਰੂ ਨਾਨਕ ਦੇ ਰਾਹ ਦੇ ਜਿਹੜੇ ਪਾਂਧੀ ਨੇ, ਉਹਨਾਂ ਲਈ ਇਹ ਹੈ ਵੀ ਸਦਾ ਸਦਾ ਸੋ ਸੇਵੀ ਹੈ, ਉਹਨੂੰ ਸੇਵੀ ਹੈ ਜੋ ਸਭ ਮੈਂ ਰਹਿ ਸਮਾਏ, ਜੋ ਸਾਰਿਆਂ ਵਿੱਚ ਸਮਾਇਆ ਹੋਇਆ ਹੈ, ਰਮਿਆ ਹੋਇਆ ਹੈ। ਅਵਰ ਦੂਜਾ ਕਿਉਂ ਸੇਵੀ ਹੈ, ਜੰਮੇ ਤੈ ਮਰ ਜਾਏ। ਉਹਨੂੰ ਕਿਉਂ ਸੇਵਦੇ ਹੋ ਜਿਹੜਾ ਜੰਮਦਾ ਤੇ ਮਰ ਜਾਂਦਾ ਹੈ, ਉਹਨੂੰ ਨਾ ਸੇਵੋ। ਨਿਫਲ ਤਿਨਕਾ ਜੀਵਿਆ, ਜੇ ਖਸਮ ਨਾ ਜਾਣੈ ਆਪਣਾ, ਅਵਰੀ ਕਿਉਂ ਚਿਤ ਲਾਏ, ਨਾਨਕ ਏਵ ਨਾ ਜਾਪਈ, ਕਰਤਾ ਕੀਤੀ ਦੇ ਸਜਾਏ। ਸੋ ਕਹਿੰਦੇ ਉਹਨਾਂ ਦਾ ਜਿਉਣਾ ਜਿਹੜਾ ਹੈਗਾ ਉਹ ਨਿਫਲ ਹੈ ਨਾ। ਜਿਹੜੇ ਆਪਣੇ ਖਸਮ ਨੂੰ ਨਹੀਂ ਪਹਿਚਾਣਦੇ, ਆਪਣੇ ਖਸਮ ਨੂੰ ਪਹਿਚਾਨਣਾ ਚਾਹੀਦਾ ਹੈ। ਕੀ ਹੈ ਉਹ ਗੁਰਬਾਣੀ ਦੇ ਵਿੱਚ ਲਿਖਿਆ? ਉਹ ਕਹਿੰਦੇ ਦੁਬਦਾ ਨਾ ਪੜੋ ਹਰ ਬਿਨ, ਹੋਰ ਨਾ ਪੂਜੋ ਮੜੈ ਮਸਾਣ ਨਾ ਜਾਈ। ਇਹ ਸੋਠ ਮਹੱਲਾ ਪਹਿਲਾ ਦੀ ਬਾਣੀ ਹੈ। ਸੋ ਇਸ ਤਰ੍ਹਾਂ ਗੁਰਬਾਣੀ ਦੇ ਵਿੱਚ ਸਪਸ਼ਟ ਸਾਫ਼ ਲਿਖਿਆ ਵੀ ਉਹ ਪਰਮਾਤਮਾ ਵਾਹਿਗੁਰੂ ਜਿਹੜਾ ਸਾਰੇ ਕੀਤੀ ਰਮਿਆ ਹੋਇਆ ਹੈ, ਜੋ ਨਾ ਜੰਮਦਾ ਹੈ ਨਾ ਮਰਦਾ ਹੈ, ਜਿਹਦੀ ਕੋਈ ਮੂਰਤ ਨਹੀਂ ਹੈਗੀ ਹੈ, ਜਿਹਨੇ ਇਸ ਸੰਸਾਰ ਨੂੰ ਬਣਾਇਆ ਹੈ, ਤਾਂ ਉਹਨੂੰ ਹੀ ਪੂਜਣ ਦਾ ਜਿਹੜਾ ਸਿੱਖੀਜ਼ਮ ਦੇ ਵਿੱਚ ਜਿਹੜਾ ਹੈਗਾ ਸਿੱਖਾਂ ਨੂੰ ਉਪਦੇਸ਼ ਹੈ, ਉਹਦੀ ਹੀ ਉਪਾਸਨਾ ਕਰਨੀ ਹੈ, ਨਾ ਕਿ ਕਿਸੇ ਦੇਵੀ ਦੇਵਤੇ ਦੀ। ਅੱਗੇ ਭਾਈ ਗੁਰਦਾਸ ਜੀ ਗੁਰਸਿੱਖਾਂ ਨੂੰ ਅਨੰਨਿਆਂ ਦੀ ਉਪਾਸਨਾ ਦਾ ਉਪਦੇਸ਼ ਦਿੰਦੇ ਹੋਏ ਦੇਵੀ ਦੇਵਤੇ ਦੇ ਪੂਜਣ ਦਾ ਨਿਸ਼ੇਧ ਕਰਦੇ ਹਨ। ਭਾਈ ਗੁਰਦਾਸ ਜੀ ਸਪਸ਼ਟ ਲਿਖਦੇ ਹਨ, ਜੈਸੇ ਪਤ ਬ੍ਰਤਾ ਪਰ ਪੁਰਖੈ ਨਾ ਦੇਖਿਓ ਚਾਹੈ, ਪੂਰਨ ਪਤ ਬ੍ਰਤਾ ਕੋ ਪਤ ਹੀ ਮੇ ਧਿਆਨ ਹੈ, ਸਰ ਸਰਿਤਾ ਸਮੁੰਦਰ ਚਾਤਰਿਕ ਨਾ ਚਾਹੈ ਕਾਹੂੰ, ਆਸ ਘਨ ਬੂੰਦ ਪ੍ਰਿया ਪ੍ਰਿया ਗੁਣਗਾਨ ਹੈ, ਦਿਨ ਕਰ ਔਰ ਭੋਰ ਚਾਹਤ ਨਹੀਂ ਚਕੋਰ, ਮਨ ਬਚ ਕਰਮ ਹਿਮ ਕਰ ਪ੍ਰਿया ਪ੍ਰਾਨ ਹੈ, ਤੈਸੇ ਗੁਰਸਿੱਖ ਆਨ ਦੇਵ ਸੇਵ ਰਹਿਤ ਪੈ, ਸਹਿਜ ਸੁਭਾਵ ਨਾ ਅਵਗਿਆ ਅਭਿਮਾਨ ਹੈ। ਸੋ ਇਸ ਤਰ੍ਹਾਂ ਭਾਈ ਗੁਰਦਾਸ ਜੀ ਦਾ ਸਾਰਾ ਕਵਿਤ ਭਾਈ ਕਾਨ੍ਹ ਸਿੰਘ ਨਾਭਾ ਨੇ ਲਿਖਿਆ ਹੈ। ਅੱਗੇ ਲਿਖਦੇ ਨੇ, ਪਿਆਰੇ ਹਿੰਦੂ ਭਾਈ ਜੀ, ਆਪ ਦੀ ਔਰ ਸਾਡੀ ਉਪਾਸਨਾ ਔਰ ਪੂਜਾ ਦਾ ਤਰੀਕਾ ਵੀ ਇੱਕ ਨਹੀਂ। ਆਪ ਪੂਜਦੇ ਹੋ ਚੰਦਨ, ਕੁੰਗੂ, ਆਰਤੀ ਆਦਿਕ ਸਾਮਗਰੀ ਨਾਲ, ਪਰ ਸਾਡੇ ਧਰਮ ਵਿੱਚ ਪੂਜਨ ਦਾ ਇਹ ਪ੍ਰਕਾਰ ਹੈ। ਹੁਣ ਅੱਗੇ ਭਾਈ ਕਾਨ੍ਹ ਸਿੰਘ ਨਾਭਾ ਕਹਿੰਦੇ ਨੇ ਵੀ ਤੁਹਾਡੀ ਪੂਜਾ ਕਰਨ ਦਾ ਔਰ ਸਾਡੀ ਪੂਜਾ ਕਰਨ ਦਾ ਵਿੱਚ ਵੀ ਫਰਕ ਹੈ। ਕਿਵੇਂ ਹੈ? ਉਹ ਕਹਿੰਦੇ ਅਸੀਂ ਕਿਵੇਂ ਪੂਜਦੇ ਹਾਂ? ਤੇਰਾ ਨਾਮ ਕਰੀ ਚਣ ਨਾਠੀਆ, ਜੇ ਮਨ ਉਤਸਾ ਹੋਏ, ਕਰਨੀ ਕੁੰਗੂ ਜੇ ਰਲੈ, ਘਟ ਅੰਤਰ ਪੂਜਾ ਹੋਏ, ਪੂਜਾ ਕੀਚੈ ਨਾਮ ਧਿਆਈਐ, ਬਿਨ ਨਾਮੈ ਪੂਜ ਨਾ ਹੋਏ, ਰਹਾਉ ਬਾਹਰ ਦੇਵ ਪਖਾਲੀਐ, ਜੇ ਮਨ ਧੋਵੈ ਕੋਏ, ਝੂਠ ਲਹਿ ਜਿਉ ਮਾਂਜੀਐ, ਮੋਖ ਪਿਆਣਾ ਹੋਏ। ਅੱਗੇ ਲਿਖਦੇ ਨੇ, ਦੂਜੇ ਪਾਏ ਅਗਿਆਨੀ ਪੂਜਦੇ, ਦਰਗਹਿ ਮਿਲੈ ਸਜਾਏ, ਆਤਮ ਦੇ ਪੂਜੀਐ, ਬਿਨ ਸਤਿਗੁਰ ਬੂਝ ਨਾ ਪਾਏ। ਅੱਗੇ ਲਿਖਦੇ ਨੇ ਭਾਈ ਕਾਨ੍ਹ ਸਿੰਘ ਨਾਭਾ, ਹਵਾਲਾ ਦਿੰਦੇ ਨੇ ਬਿਲਾਵਲ ਮਹੱਲਾ ਪੰਜਵੇਂ ਚੋਂ, ਅਚੁੱਤ ਪੂਜਾ ਜੋਗ ਗੋਪਾਲ, ਮਨ ਤਨ ਅਰਪ ਰੱਖਿਓ ਹਰ ਨਾਗੈ, ਸਰਬ ਜੀਆਂ ਕਾ ਹੈ ਪ੍ਰਤਪਾਲ। ਹਰ ਕੀ ਪੂਜਾ ਦੁਲੰਭ ਹੈ ਸੰਤੋ, ਕਹਿਣਾ ਕਛੂ ਨਾ ਜਾਈ, ਸੰਤੋ ਗੁਰਮੁਖ ਪੂਰਾ ਪਾਈ,
ਨਾਮੋ ਪੂਜ ਕਰਾਈ ਰਹਾਉ। ਹਰ ਬਿਨ ਸਭ ਕਿਛ ਮੈਲਾ ਸੰਤੋ, ਕਿਆ ਹੋਂ ਪੂਜ ਚੜਾਈ। ਸੋ ਉਹਨੂੰ ਕੀ ਆਪਾਂ ਚੜਾ ਸਕਦੇ ਹਾਂ, ਕੀ ਉਹਦੀ ਕਿਵੇਂ ਸਾਡਾ ਕੁੰਗੂ ਕੀ ਹੈ, ਸਾਡੀ ਕਰਨੀ ਕੁੰਗੂ ਜੇ ਰਲੈ ਘਟ ਅੰਤਰ ਪੂਜਾ ਹੋਏ। ਜੇ ਹਿੰਦੂ ਵੀਰ ਆਰਤੀ ਕਰਦੇ ਨੇ ਤਾਂ ਗੁਰਮਤ ਦੇ ਵਿੱਚ ਆਰਤੀ ਦੇ ਬਾਰੇ ਕੀ ਲਿਖਿਆ ਹੈ, ਤਾਂ ਉਹ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਸ਼ਬਦ ਹੈ, ਗਗਨ ਮੈਂ ਥਾਲ ਰਬ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਿਨਕ ਮੋਤੀ, ਧੂਪ ਮਲ ਆਨ ਲੋ ਪਵਨ ਚਵਰੋ ਕਰੇ, ਸਗਲ ਬਨਰਾਏ ਫਲੰਤ ਜੋਤੀ, ਕੈਸੀ ਆਰਤੀ ਹੋਏ ਭਵ ਖੰਡਣਾ ਤੇਰੀ ਆਰਤੀ। ਇਹ ਸਾਰੇ ਸ਼ਬਦ ਨੂੰ ਭਾਈ ਕਾਨ ਸਿੰਘ ਨਾਭਾ ਲਿਖਦੇ ਨੇ। ਸੋ ਇਸ ਤਰ੍ਹਾਂ ਸਿੱਖਾਂ ਦੇ ਵਿੱਚ ਆਰਤੀ ਜਾਂ ਕਿਵੇਂ ਉਹਨਾਂ ਨੂੰ ਮੰਨਦੇ ਨੇ, ਕਿਵੇਂ ਆਰਤੀ ਤਾਂ ਖੁਦ ਆਪ ਉਹ ਪਰਮਾਤਮਾ ਦੀ ਆਪਣੇ ਆਪ ਹੀ ਇਹ ਸਾਰੀ ਬਨਸਪਤੀ ਕਰ ਰਹੀ ਹੈ। ਸੋ ਇਸ ਤਰ੍ਹਾਂ ਗੁਰਮਤਿ ਦੇ ਵਿੱਚ ਉਪਾਸਨਾ ਦਾ ਤਰੀਕਾ ਵੀ ਦੱਸਿਆ ਹੈ, ਜਾਂ ਕਿਹਨੂੰ ਨਹੀਂ ਪੂਜਣਾ, ਕਿਹਨੂੰ ਪੂਜਣਾ ਇਹ ਵੀ ਦੱਸਿਆ, ਤੇ ਕਿਵੇਂ ਪੂਜਣਾ ਉਹ ਵੀ ਦੱਸਿਆ ਹੈ। ਤੇ ਕਿਵੇਂ ਆਰਤੀ ਹੈ, ਜੇ ਆਰਤੀ ਦਾ ਹਵਾਲਾ ਦਿੱਤਾ ਹੈ ਵੀ ਗੁਰਮਤਿ ਕਿਵੇਂ ਮੰਨਦੀ ਆ ਆਰਤੀ। ਤੇ ਆਪਾਂ ਹਰ ਰੋਜ਼ ਗਾਉਂਦੇ ਵੀ ਅਸੀਂ ਗਾਉਂਦੇ ਆ, ਗਗਨ ਮੈਂ ਥਾਲ ਰਬ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਿਨਕ ਮੋਤੀ, ਕਿਵੇਂ ਉਹਦੀ ਉਪਾਸਨਾ ਕਰਨੀ ਆ, ਸਾਰਾ ਸਪਸ਼ਟ ਜਿਹੜੀ ਗੁਰਮਤਿ ਦਾ ਔਰ ਹਿੰਦੂ ਵੀਰਾਂ ਦੇ ਜਿਹੜੇ ਵਿੱਚ ਉਪਾਸਨਾ ਦਾ ਤਰੀਕਾ ਜਿਹੜਾ ਉਹ ਵੱਖਰਾ ਵੱਖਰਾ ਹੈ। ਇਹ ਸਾਰੇ ਸ਼ਬਦ ਤੁਸੀਂ ਸਕਰੀਨ ਦੇ ਵਿੱਚ ਦੇਖ ਰਹੇ ਹੋ। ਮੈਂ ਸਾਰਿਆਂ ਨੂੰ ਆਪਣੇ ਇਸ ਐਪੀਸੋਡ ਦਾ ਜਿਹੜਾ ਹੈ ਹਿੱਸਾ ਨਹੀਂ ਬਣਾਇਆ, ਕਿਉਂਕਿ ਇਹ ਸਾਰੇ ਜਿਹੜੇ ਹੈਗੇ ਆ ਫਿਰ ਉਹਦੇ ਨਾਲ ਕੀ ਹੈ ਵਿਸਥਾਰ ਜ਼ਿਆਦਾ ਹੋ ਜਾਂਦਾ ਹੈ। ਤੇ ਤੁਸੀਂ ਸਾਰੇ ਇਹਨੂੰ ਸਕਰੀਨ 'ਤੇ ਦੇਖ ਸਕਦੇ ਹੋ। ਤੇ ਨਾਲ ਨਾਲ ਤੁਸੀਂ ਜੇ ਇਹਨਾਂ ਦੇ ਅਰਥ ਵੀ ਹੈ ਉਹ ਗਿਆਨੀ ਸਾਹਿਬ ਸਿੰਘ ਜੀ ਦੇ ਜਿਹੜਾ ਟੀਕਾ ਉਹਨੂੰ ਵੀ ਪੜ੍ਹ ਕੇ ਇਹਦੇ ਅਰਥ ਜਿਹੜੇ ਉਹ ਕਰ ਸਕਦੇ ਹੋ, ਦੇਖ ਸਕਦੇ ਹੋ। ਸੋ ਇਸ ਤਰ੍ਹਾਂ ਸਿੱਖਾਂ ਨੂੰ ਸਪਸ਼ਟ ਲਿਖਿਆ ਵੀ ਉਪਾਸਨਾ ਕਿਹਦੀ ਕਰਨੀ ਹੈ ਔਰ ਕਿਹਦੀ ਨਹੀਂ ਕਰਨੀ ਹੈ ਤੇ ਕਿਵੇਂ ਕਰਨੀ ਹੈ। ਔਰ ਸਿੱਖਾਂ ਦੀ ਉਪਾਸਨਾ ਕਰਨ ਦਾ ਤਰੀਕਾ ਔਰ ਹਿੰਦੂ ਵੀਰਾਂ ਦੀ ਉਪਾਸਨਾ ਕਰਨ ਦਾ ਤਰੀਕਾ ਜਿਹੜਾ ਹੈ ਬਿਲਕੁਲ ਵੱਖਰਾ ਵੱਖਰਾ ਹੈ, ਜਿਹੜਾ ਇਹ ਸਿੱਧ ਕਰਦਾ ਕਿ ਸਿੱਖ ਜਿਹੜੇ ਆ ਹਿੰਦੂ ਨਹੀਂ ਹੈ। ਜਿਹੜਾ ਕਿ ਕਿਤਾਬ ਦਾ ਟਾਈਟਲ ਵੀ ਹੈ ਹਮ ਹਿੰਦੂ ਨਹੀਂ ਹੈ, ਜਿਹੜਾ ਇਸ ਪ੍ਰੋਗਰਾਮ ਦਾ ਵੀ ਟਾਈਟਲ ਹੈ ਕਿ ਹਮ ਹਿੰਦੂ ਨਹੀਂ ਹੈ। ਇਹ ਸਾਰੇ ਜਵਾਬ ਸੁਣ ਕੇ ਹੁਣ ਹਿੰਦੂ ਵੀਰ ਦਾ ਅੱਗੇ ਜਿਹੜਾ ਸਵਾਲ ਬਣ ਜਾਂਦਾ ਹੈ, ਉਹ ਕਹਿੰਦਾ ਵੀ ਚਲੋ ਤੁਹਾਡੀ ਗੁਰਮਤਿ ਵਿੱਚ ਤੁਸੀਂ ਕਹਿੰਦੇ ਹੋ ਵੀ ਜਿਹੜਾ ਹੈ ਜਿਹੜੇ ਦੇਵੀ ਦੇਵਤਿਆਂ ਦਾ ਜਿਹੜਾ ਪੂਜਨ ਦਾ ਤੁਸੀਂ ਨਿਸ਼ੇਧ ਕਰਦੇ ਹੋ ਵੀ ਨਹੀਂ, ਦੇਵੀ ਦੇਵਤਿਆਂ ਦੀ ਪੂਜਾ ਨਹੀਂ ਹੈਗੀ ਹੈ। ਪਰ ਤੁਹਾਡੇ ਜਿਹੜੇ 10ਵੇਂ ਪਾਤਸ਼ਾਹ ਉਹਨਾਂ ਨੇ ਤਾਂ ਜਿਹੜੀ ਹੈਗੀ ਹੈ ਮਹਾਕਾਲ ਕਾਲਕਾ ਰਾਧੀ ਸ਼ਬਦ ਦੀ ਵਿਚਿੱਤਰ ਨਾਟਕ ਦੇ ਵਿੱਚੋਂ ਹਵਾਲਾ ਦੇ ਕੇ ਉਹਨਾਂ ਨੇ ਵੀ ਉਹ ਤਾਂ ਉਹਨਾਂ ਨੇ ਤਾਂ ਕਾਲਕਾ ਆਰਾਧੀ ਹੈ। ਫਿਰ ਤੁਸੀਂ ਕਿਵੇਂ ਕਹਿ ਸਕਦੇ ਵੀ ਆਰਾਧਨਾ ਦੇਵੀ ਦੇਵਤੇ ਨਹੀਂ ਕਰਦੇ ਸਿੱਖ ਨਹੀਂ ਕਰਦੇ ਆ। ਸੋ ਇਹਦਾ ਕੀ ਜਵਾਬ ਭਾਈ ਕਾਨ ਸਿੰਘ ਨਾਭਾ ਦਿੰਦੇ ਨੇ, ਉਹ ਅਸੀਂ ਅਗਲੇ ਐਪੀਸੋਡ ਦੇ ਵਿੱਚ ਤੁਹਾਡੇ ਨਾਲ ਜਿਹੜਾ ਹੈ ਵਿਚਾਰ ਕਰਾਂਗੇ। ਅਤੇ ਕੀ ਇਹਦਾ ਆਨਸਰ ਭਾਈ ਕਾਨ ਸਿੰਘ ਨਾਭਾ ਨੇ ਦਿੱਤਾ ਹੈ। ਸੋ ਇਸ ਤਰ੍ਹਾਂ ਦੇ ਜਿਹੜੇ ਸਵਾਲ ਹੈ ਆਮ ਹੀ ਸਾਨੂੰ ਜਦੋਂ ਅਸੀਂ ਵਿਚਰਦੇ ਹਾਂ ਆਪਣੇ ਭਾਈਚਾਰੇ ਦੇ ਵਿੱਚ, ਹਿੰਦੂ ਭਰਾਵਾਂ ਦੇ ਵਿੱਚ ਨਾਲ ਬੈਠੇ ਹੁੰਦੇ ਤਾਂ ਆਮ ਹੀ ਸਾਡੇ ਵਿਚਾਰ ਚੱਲਦੇ ਹਨ, ਪਰ ਸਾਡੇ ਕੋਲ ਜਿਹੜਾ ਹੈ ਸਹੀ ਜਵਾਬ ਕਈ ਵਾਰ ਨਹੀਂ ਹੋਣ ਦੇ ਕਾਰਨ ਅਸੀਂ ਉਲਝ ਜਾਂਦੇ ਹਾਂ। ਤਾਂ ਨਾ ਹੀ ਉਹ ਸਪਸ਼ਟ ਹੋ ਪਾਉਂਦੇ ਆ, ਨਾ ਹੀ ਅਸੀਂ ਆਪਣੀ ਗੱਲ ਸਪਸ਼ਟ ਰੱਖ ਸਕਦੇ ਹਾਂ। ਸੋ ਜੇ ਸਾਨੂੰ ਪਤਾ ਹੋਏਗਾ ਕਿ ਅਸੀਂ ਸਾਡਾ ਅਸਲ 'ਚ ਗੁਰਮਤਿ ਕੀ ਕਹਿ ਰਹੀ ਹੈ, ਸਾਨੂੰ ਇਹ ਪੜ੍ਹਨਾ ਵੀ ਚਾਹੀਦਾ। ਇਹਨਾਂ ਜਿਹੜੀਆਂ ਕਿਤਾਬਾਂ ਸਾਡੇ ਜਿਹੜੇ ਵਿਦਵਾਨ ਨੇ, ਸਿੱਖ ਕੌਮ ਦੇ ਵਿਦਵਾਨ ਹੋਏ ਨੇ, ਗਿਣੇ ਚੁਣੇ ਵਿਦਵਾਨ ਨੇ, ਅਤੇ ਬਾਕੀ ਦਾ ਸਾਡੇ ਸਿੱਖ ਜਿਹੜੇ ਨੇ ਉਹ ਆਪਣੇ ਬਹੂ ਬੇਟੀਆਂ ਔਰ ਉਹਨਾਂ ਦੀ ਬਚਾਅ ਦੇ ਵਿੱਚ ਹੀ ਲੱਗੇ ਰਹੇ, ਕਿਰਪਾਨ ਹੀ ਚਲਾਉਂਦੇ ਰਹੇ ਨੇ, ਅਤੇ ਆਪਣਾ ਇਤਿਹਾਸ ਲਿਖਣ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਸਮਾਂ ਨਾ ਹੋਣ ਕਰਕੇ ਨਹੀਂ ਲਿਖਿਆ ਗਿਆ। ਪਰ ਜਿਨ੍ਹਾਂ ਨੇ ਲਿਖਿਆ ਸਾਨੂੰ ਘੱਟੋ ਘੱਟ ਉਹਨਾਂ ਦੇ ਜਿਹੜੇ ਇਹ ਬੜੀ ਮਿਹਨਤ ਦੇ ਨਾਲ ਇੱਕ ਕਿਤਾਬ ਜੋ ਲਿਖੀ ਜਾਂਦੀ ਹੈ, ਇੱਕ ਕਿਤਾਬ ਨੂੰ ਲਿਖਣ ਵਾਸਤੇ ਕਿੰਨੇ ਜ਼ਿਆਦਾ ਗ੍ਰੰਥਾਂ ਦਾ ਅਧਿਐਨ ਕਰਨਾ ਪੈਂਦਾ। ਉਹ ਸਪਸ਼ਟ ਇਸ ਕਿਤਾਬ ਨੂੰ ਜਦੋਂ ਪੜ੍ਹਾਂਗੇ ਵੀ ਭਾਈ ਕਾਨ ਸਿੰਘ ਨਾਭਾ ਨੇ ਕਿੱਥੋਂ ਹਵਾਲੇ ਦੇ ਕੇ ਗੱਲ ਕੀਤੀ ਹੈ। ਹਿੰਦੂਇਜ਼ਮ ਦੇ ਜਿੰਨੇ ਵੀ ਜਿਹੜੇ ਮੰਨੇ ਪਰਮੰਨੇ ਗ੍ਰੰਥ ਸੀ ਉਹਨਾਂ ਨੂੰ ਪੜ੍ਹ ਕੇ ਉਹਨਾਂ ਵਿੱਚੋਂ ਹਵਾਲੇ ਦੇ ਕੇ ਭਾਈ ਕਾਨ ਸਿੰਘ ਨਾਭਾ ਨੇ ਆਪਣੀ ਗੱਲ ਨੂੰ ਸਿੱਧ ਕੀਤਾ ਹੈ, ਤਾਂ ਜੋ ਕੱਲ੍ਹ ਨੂੰ ਜੇ ਕੋਈ ਹਿੰਦੂ ਵੀਰ ਸਵਾਲ ਕਰਦਾ ਤਾਂ ਉਹਨਾਂ ਨੂੰ ਪਤਾ ਲੱਗੇ ਵੀ ਸਾਡੇ ਗ੍ਰੰਥਾਂ ਦੇ ਵਿੱਚ ਵੀ ਅਜਿਹਾ ਲਿਖਿਆ ਹੈ। ਸੋ ਇਹਨਾਂ ਕਿਤਾਬਾਂ ਨੂੰ ਪੜ੍ਹਨਾ ਚਾਹੀਦਾ ਹੈ, ਅਤੇ ਵੱਧ ਤੋਂ ਵੱਧ ਇਹੋ ਜਿਹੇ ਪ੍ਰੋਗਰਾਮ ਨੂੰ ਸ਼ੇਅਰ ਵੀ ਕਰੋ, ਅਤੇ ਨਾਲ ਤੁਸੀਂ ਆਪ ਵੀ ਇਹ ਜਿਹੜੀ ਕਿਤਾਬ ਹੈ ਹਮ ਹਿੰਦੂ ਨਹੀਂ, ਇਸ ਕਿਤਾਬ ਨੂੰ ਵੀ ਪੜ੍ਹੋ, ਤਾਂ ਜੋ ਤੁਸੀਂ ਜੇ ਕਿਤੇ ਅੱਗੇ ਨੂੰ ਕੱਲ੍ਹ ਕੋਈ ਤੁਹਾਨੂੰ ਸਵਾਲ ਕਰਦਾ ਹੈ ਵੀ ਸਾਡਾ ਜਿਹੜਾ ਹੈਗੀ ਸਾਡੀ ਵੱਖਰਤਾ ਕੀ ਹੈ, ਸਾਡਾ ਨਿਆਰਾਪਨ ਕੀ ਹੈ, ਤਾਂ ਅਸੀਂ ਉਸ ਗੱਲ ਨੂੰ ਸਪਸ਼ਟ ਤੌਰ 'ਤੇ ਆਪਣੇ ਵੀਰਾਂ ਨੂੰ ਦੱਸ ਸਕੀਏ।
ਸੋ ਇਸੇ ਤਰ੍ਹਾਂ ਤੁਸੀਂ ਜੁੜੇ ਰਹੋ ਵਿਜ਼ਨ 1469 ਨਾਲ ਤੇ ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।